इस वेले मिलियंस ऑफ डॉलर्स कैनेडा ਦੀਆਂ ਜਿਹੜੀਆਂ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੇ ਬੈਂਕ ਨੇ ਉਹਨਾਂ ਕੋਲ ਅਨਕਲੇਮਡ ਪਿਆ। ਇਹ ਜਿਹੜਾ ਮੇਰਾ ਪੈਸਾ ਮੇਰੇ ਬੈਂਕ 'ਚ ਕਿੰਨਾ, ਮੇਰੇ ਕੋਲ ਪਾਲਿਸੀਆਂ ਕਿੰਨੀਆਂ, ਇਹ ਮੈਨੂੰ ਹੀ ਪਤਾ ਨੇ, ਕਿਸੇ ਨੂੰ ਦੱਸਣੀਆਂ ਨਹੀਂ ਜੀ। ਤੇ ਜਿਨ੍ਹਾਂ ਦੇ ਨਾਮ ਕਰਾਈਆਂ ਹੁੰਦੀਆਂ ਨੇ, ਜਿਨ੍ਹਾਂ ਨੂੰ ਮਤਲਬ ਆਪਣਾ ਬਣਾਇਆ ਹੁੰਦਾ ਵਾਰਸ, ਉਹਨਾਂ ਨੂੰ ਵੀ ਨਹੀਂ ਦੱਸਿਆ ਜਾਂਦਾ। ਤੁਸੀਂ ਮਤਲਬ ਫਿਊਚਰ ਲਈ ਕਿਸੇ ਨੂੰ ਕੁਛ ਦੇ ਕੇ ਵੀ ਜਾਣਾ ਚਾਹੁੰਦੇ ਹੋ, ਉਹ ਤੇ ਤੁਹਾਨੂੰ ਟਰਸਟ ਵੀ ਪੂਰਾ ਨਹੀਂ ਹੈ, ਤੇ ਫਿਰ ਉਹ ਜਿਹੜਾ ਤੁਸੀਂ ਇੰਨੀ ਤੰਗੀਆਂ ਕੱਟ ਕੇ ਕੋਈ ਚੀਜ਼ ਬਣਾਈ ਹੈ, ਸੇਵ ਕੀਤਾ ਜੀ, ਤੇ ਉਹ ਮੁੜ ਕੇ ਪਤਾ ਹੀ ਨਹੀਂ ਲੱਗਦਾ ਵੀ ਕਿੱਥੇ ਗਿਆ। ਅਸੀਂ ਗੱਲ ਮੌਤ ਦੇ ਲਫ਼ਜ਼ ਤੋਂ ਹੀ ਰੋਕਦੇ ਨੇ ਕਿ ਨਹੀਂ ਇਹ ਬੋਲਣਾ ਨਹੀਂ ਹੈਗਾ, ਬਸ ਬੰਦ ਕਰ ਦਿਓ ਇੱਥੇ ਟੌਪਿਕ। ਤੁਹਾਨੂੰ ਇਸ ਤਰ੍ਹਾਂ ਦੇ ਵੀ ਮਿਲ ਜਾਣਗੇ ਸੱਜਣ ਜਿਨ੍ਹਾਂ ਦੇ ਬੈਂਕ ਅਕਾਊਂਟ 'ਚ ਐਕਟੀਵਿਟੀ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਪੈਸਾ ਆ ਰਿਹਾ ਜਾ ਰਿਹਾ, ਉਹਨਾਂ ਨੂੰ ਤਾਂ ਮੈਨੂੰ ਲੱਗਦਾ ਇਹ ਵੀ ਨਹੀਂ ਪਤਾ ਹੋਣਾ ਵੀ ਇਹ ਕੋਈ ਜਿਹੜੀ ਪੇਮੈਂਟ ਜਾ ਰਹੀ ਹੈ ਕਿਹੜੀ ਪਾਲਿਸੀ ਜਾ ਰਹੀ ਹੈ। ਕੱਲ੍ਹ ਮੈਨੂੰ ਇੱਕ ਕਿਸੇ ਦੋਸਤ ਦਾ ਫੋਨ ਆਇਆ ਜਿਹੜੇ ਕਿ ਇੰਸ਼ੋਰੈਂਸ ਐਡਵਾਈਜ਼ਰ ਨੇ, ਅਤੇ ਕੋਈ ਮੇਰੇ ਜਾਣਕਾਰ ਨੇ ਪੁਰਾਣੇ, ਜਿਨ੍ਹਾਂ ਦੀ ਸਾਲ ਡੇਢ ਸਾਲ ਪਹਿਲਾਂ ਡੈਥ ਹੋ ਗਈ, ਅਤੇ ਉਹਨਾਂ ਬਾਰੇ ਉਹ ਮੈਨੂੰ ਪੁੱਛਣ ਲੱਗੇ। ਉਹਨਾਂ ਨੂੰ ਵੀ ਸ਼ਾਇਦ ਉਹਨਾਂ ਨੇ ਵੀ ਖੁਦ ਮੈਨੂੰ ਬਹੁਤ ਦੇਰ ਬਾਅਦ ਫੋਨ ਕੀਤਾ ਸੀ, ਅਤੇ ਉਹਨਾਂ ਨੂੰ ਉਹਨਾਂ ਦੀ ਡੈਥ ਦਾ ਵੀ ਕਾਫੀ ਦੇਰ ਬਾਅਦ ਪਤਾ ਲੱਗਿਆ ਸੀ, ਅਤੇ ਮੈਨੂੰ ਪੁੱਛਦੇ ਕਿ ਵੀ ਉਹ ਪਹਿਲਾਂ ਤਾਂ ਉਹਨਾਂ ਨੂੰ ਖਬਰ ਕਨਫਰਮ ਕੀਤੀ, ਅਤੇ ਫਿਰ ਮੈਨੂੰ ਕਹਿੰਦੇ ਕਿ ਕੋਈ ਕੋਂਟੈਕਟ ਉਹਨਾਂ ਦਾ ਹੈਗਾ ਕੋਈ ਪਰਿਵਾਰ ਦਾ, ਅਤੇ ਮੈਂ ਕਿਹਾ ਵੀ ਕੋਂਟੈਕਟ ਤਾਂ ਹੋ ਸਕਦਾ ਹੈ। ਅਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਕੋਈ ਪੋਲਿਸੀ ਸੀਗੀ, ਉਹਨਾਂ ਨੇ ਬੱਚੇ ਦੀ RESP ਪੋਲਿਸੀ, ਅਤੇ ਉਹ ਉਹਦੇ 'ਚ ਪੈਸੇ ਪਏ ਨੇ, ਅਤੇ ਮੈਨੂੰ ਪਤਾ ਨਹੀਂ ਕਿ ਉਹ, ਪਹਿਲੀ ਗੱਲ ਤਾਂ ਮੈਨੂੰ ਇਹੀ ਨਹੀਂ ਸੀ ਪਤਾ ਕਿ ਉਹਨਾਂ ਦੀ ਮਤਲਬ ਡੈਥ ਹੋ ਚੁੱਕੀ ਹੈ, ਅਤੇ ਦੂਸਰਾ ਹੁਣ ਕਿਹਦੇ ਨਾਲ ਕੋਂਟੈਕਟ ਕਰੀਏ। ਸੋ ਇਹ ਜਸਟ ਖੈਰ ਇਹ ਤਾਂ ਇੱਕ ਛੋਟਾ ਮਸਲਾ ਸੀ ਜਿਹਦਾ ਹੱਲ ਨਿਕਲ ਗਿਆ, ਪਰ ਇਹ ਇੱਕ ਉਸ ਚੀਜ਼ ਵੱਲ ਇਸ਼ਾਰਾ ਹੈ ਕਿ ਜਿਹੜੀ ਬਹੁਤ ਵੱਡੀ ਪ੍ਰੋਬਲਮ ਹੈ ਇਸ ਵੇਲੇ, ਮਿਲੀਅਨਸ ਆਫ ਡਾਲਰਸ ਕੈਨੇਡਾ ਦੀਆਂ ਜਿਹੜੀਆਂ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੇ, ਬੈਂਕ ਨੇ, ਉਹਨਾਂ ਕੋਲ ਅਨਕਲੇਮਡ ਪਿਆ। ਇਸ ਤਰ੍ਹਾਂ ਦੇ ਜਿਹੜੇ ਮਸਲੇ ਨੇ ਜਿੱਥੇ ਕੋਈ ਤੁਰ ਜਾਂਦਾ, ਚਲੇ ਜਾਂਦਾ, ਅਤੇ ਉਹਦੇ ਚਾਹੇ ਬੈਂਕ ਅਕਾਊਂਟ ਨੇ, ਚਾਹੇ ਉਹਨਾਂ ਦੀਆਂ ਪੋਲਿਸੀਜ਼ ਨੇ, RRSPs ਨੇ, ਬਹੁਤ ਕੁਛ ਹੈ, ਜਿੱਥੇ ਕੋਈ ਪ੍ਰੋਪਰ ਅੱਗੇ ਜਿਹੜੇ ਦਾਅਵੇਦਾਰ ਨੇ, ਜਿਹੜੇ ਵਾਰਸ ਨੇ, ਉਹਨਾਂ ਨੂੰ ਨਾ ਕਨਵੇ ਕੀਤਾ ਹੋਵੇ, ਅਤੇ ਉਹ ਪੈਸਾ ਇਸੇ ਤਰ੍ਹਾਂ ਬੈਂਕਾਂ 'ਚ ਰੁਲਦਾ ਰਹਿੰਦਾ, ਅਤੇ ਇਹ ਬਹੁਤ ਵੱਡੀ ਅਮਾਊਂਟ ਹੈ। ਇਹਦੇ ਬਾਰੇ ਅੱਜ ਅਸੀਂ ਗੱਲਬਾਤ ਕਰਨੀ ਹੈ, ਅਤੇ ਸਾਡੇ ਨਾਲ ਸਟੂਡੀਓ ਦੇ ਵਿੱਚ ਸਿਮਰਨ ਸੈਣੀ ਨੇ, ਜਾਣਿਆ ਪਛਾਣਿਆ ਨਾਂ ਹੈ, ਖੁਦ ਇਹ ਇੰਸ਼ੋਰੈਂਸ ਸੈਕਟਰ ਦੇ ਵਿੱਚ ਨੇ, ਅਤੇ ਉਹਨਾਂ ਦਾ ਆਪਣਾ ਵੀ ਇਹ ਤਜਰਬਾ ਕਿ ਇਹ ਇੱਕ ਇਹੋ ਜਿਹਾ ਮਸਲਾ ਜਿਹਦੇ ਬਾਰੇ ਬਹੁਤ ਜ਼ਿਆਦਾ ਅਵੇਅਰਨੈਸ ਦੀ ਲੋੜ ਹੈ। ਅਤੇ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਜੀ ਆਇਆਂ ਨੂੰ। ਸਿਮਰਨ ਜੀ, ਕੀ ਹਾਲ ਚਾਲ ਨੇ? ਬਹੁਤ ਵਧੀਆ, ਥੈਂਕ ਯੂ ਸ਼ਮੀਲ ਜੀ ਪਹਿਲਾਂ ਤਾਂ ਤੁਹਾਨੂੰ, ਔਰ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ ਜੀ। ਤੁਹਾਡਾ ਕੀ ਇਹਦੇ ਬਾਰੇ ਤਜਰਬਾ, ਕਿਉਂਕਿ ਤੁਸੀਂ ਤਾਂ ਰੋਜ਼ ਇਸ ਸਿਚੁਏਸ਼ਨ ਨਾਲ ਡੀਲ ਕਰਦੇ ਹੋ ਜੀ, ਕਿ ਕਿੱਡੀ ਕੁ ਵੱਡੀ ਪ੍ਰੋਬਲਮ ਹੈ? ਬਹੁਤ, ਕਿਉਂਕਿ ਸਾਡੀ ਕਮਿਊਨਿਟੀ 'ਚ ਸਪੈਸ਼ਲੀ ਕੀ ਹੁੰਦਾ ਸ਼ਮੀਲ ਜੀ ਕਿ ਅਸੀਂ ਕੰਮ ਕਾਰ ਤਾਂ ਸਾਰੇ ਕਰ ਰਹੇ ਹਾਂ, ਬਿਜ਼ੀ ਲਾਈਫ ਹੈਗੀ ਹੈ, ਬਟ ਜਦੋਂ ਅਸੀਂ ਫਾਈਨੈਂਸ਼ੀਅਲ ਮੈਟਰ ਦੀ ਗੱਲ ਕਰਦੇ ਹਾਂ ਜਾਂ ਅਸੀਂ ਚੀਜ਼ਾਂ ਨੂੰ ਸੰਭਾਲਣ ਦੀ ਗੱਲ ਕਰਦੇ ਹਾਂ, ਅੱਗੇ ਲੈਗੇਸੀ ਟਰਾਂਸਫਰ ਕਰਨ ਦੀ ਗੱਲ ਕਰਦੇ ਹਾਂ, ਇਹਨਾਂ ਬਾਰੇ ਅਸੀਂ ਡਿਸਕਸ਼ਨ ਨਹੀਂ ਕਰਦੇ। ਸਪੈਸ਼ਲੀ ਸਾਡੀ ਕਮਿਊਨਿਟੀ ਦੇ ਵਿੱਚ ਮੈਂ ਬਹੁਤ ਰੇਅਰ ਦੇਖਿਆ ਕਿ ਤੁਸੀਂ ਟੇਬਲ 'ਤੇ ਬੈਠ ਕੇ ਬੱਚਿਆਂ ਨਾਲ, ਆਪਣੇ ਫੈਮਿਲੀ ਮੈਂਬਰਸ ਦੇ ਨਾਲ ਇਹਨਾਂ ਚੀਜ਼ਾਂ ਬਾਰੇ ਡਿਸਕਸ਼ਨ ਕੀਤੀ ਹੋਈ ਕਿ ਤੁਹਾਡੇ ਕੋਲ ਇੰਸ਼ੋਰੈਂਸ ਪਾਲਿਸੀਜ਼ ਨੇ, ਜਾਂ ਤੁਹਾਡੀ ਕੋਈ ਇਨਵੈਸਟਮੈਂਟਸ ਨੇ, ਜਾਂ ਤੁਸੀਂ ਕੋਈ ਪਲਾਨ ਕੀਤਾ ਹੋਇਆ। ਸੋ ਇਹਨਾਂ ਚੀਜ਼ਾਂ ਬਾਰੇ ਅਸੀਂ ਡਿਸਕਸ਼ਨ ਨਹੀਂ ਕਰਦੇ। ਸੋ ਇਸੇ ਕਰਕੇ ਇਸ ਤਰ੍ਹਾਂ ਦੀਆਂ ਪ੍ਰੋਬਲਮ ਆਉਂਦੀਆਂ ਕਿ ਮਿਲੀਅਨਸ ਆਫ ਡਾਲਰ ਜਿਹੜੇ ਨੇ ਉਹ ਅਨਕਲੇਮਡ ਰਹਿ ਜਾਂਦੇ ਨੇ। ਔਰ ਜਿਹੜੇ ਲੇਟੈਸਟ ਸਟੈਟਸ ਨੇ ਦਸੰਬਰ 2019 ਦੇ, ਹੁਣ ਤੱਕ ਜਿਹੜਾ ਬੈਂਕ ਆਫ ਕੈਨੇਡਾ ਉਹਦੇ ਕੋਲ $888 ਮਿਲੀਅਨ ਅਨਕਲੇਮਡ ਪਿਆ ਹੈ। ਸੋ ਇਹਦੇ 'ਚੋਂ ਜ਼ਿਆਦਾ ਜਿਹੜਾ ਮੇਜਰ ਰੀਜ਼ਨ ਹੈ ਉਹ ਹੈਗਾ ਡੈਥ, ਕਿ ਜਦੋਂ ਪਰਸਨ ਦੀ ਡੈਥ ਹੋ ਗਈ, ਹੁਣ ਅਗਰ ਕਿਸੇ ਪਰਸਨ ਦਾ ਕੋਈ ਬੈਂਕ ਅਕਾਊਂਟ ਹੈ, ਫੈਮਿਲੀ ਨੂੰ ਪਤਾ ਹੀ ਨਹੀਂ ਹੈ, ਉਹ 'ਚ ਕੋਈ ਟ੍ਰਾਂਜੈਕਸ਼ਨ ਹੀ ਨਹੀਂ ਹੋ ਰਹੀ, ਉਹ ਅਨਕਲੇਮਡ ਮਨੀ ਹੈ, 10 ਈਅਰ ਤੱਕ ਬੈਂਕ ਆਪਣੇ ਕੋਲ ਰੱਖਦਾ, ਉਸ ਤੋਂ ਬਾਅਦ ਈਵਨ ਉਹ ਲੈਟਰ ਵੀ ਪਾਉਂਦੇ ਨੇ, ਬਟ ਉਸ ਤੋਂ ਬਾਅਦ ਉਹ ਜਿਹੜਾ ਹੈਗਾ ਉਹ ਬੈਂਕ ਆਫ ਕੈਨੇਡਾ ਤੋਂ ਚਲਾ ਜਾਂਦਾ, ਸੋ ਉਹ ਸਟੇਟ ਕੋ ਚਲਾ ਜਾਂਦਾ ਐਟ ਦ ਐਂਡ ਮਨੀ, ਉਹ ਅਨਕਲੇਮਡ ਹੈ। ਹੁਣ ਉਹੀ ਅਗਰ ਫੈਮਿਲੀ 'ਚ ਬੈਠ ਕੇ ਡਿਸਕਸ਼ਨ ਕੀਤੀ ਹੋਈ ਜਾਂ ਤੁਸੀਂ ਕਿਸੇ ਨੂੰ ਦੱਸਿਆ ਹੋਏ, ਪ੍ਰੋਪਰ ਗੱਲਬਾਤ ਕੀਤੀ ਹੋਏ, ਤਾਂ ਡੈਫੀਨੇਟਲੀ ਇਹ ਪੈਸਾ ਜਿਹੜਾ ਇੰਨਾ ਉਹ ਤੁਹਾਡੀ ਫੈਮਿਲੀ ਨੂੰ ਮਿਲਣਾ ਸੀ, ਜਿਨ੍ਹਾਂ ਲਈ ਅਸੀਂ ਅਸਲ ਦੇ ਵਿੱਚ ਬਣਾਇਆ ਸੀ। ਅਮਰੀਕ ਹੋਰੀ ਕਹਿ ਰਹੇ ਕਿ ਅਸੀਂ ਬਿਲਜ਼ ਨਹੀਂ ਬਣਾਉਂਦੇ। ਬਿਲਜ਼ ਵੀ ਕੀ ਕਰਨਗੀਆਂ? ਪਹਿਲਾਂ ਬਿੱਲ ਤੁਹਾਡੇ ਕੋਲ ਹੋਵੇ ਵੀ, ਪਰ ਜੇ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਸਾਡੇ ਪਿਓ ਨੇ, ਸਾਡੇ ਮਦਰ ਦੀ ਕੋਈ RRSP ਪਈ ਹੈ,
ਕਿ ਉਹ ਕਿੱਥੇ ਹੈ ਤੇ ਕੀ ਉਹਦਾ ਨਾਮ। ਕਿਉਂਕਿ ਵਿਲਸ ਦੇ ਵਿੱਚ ਸ਼ਮੀਲ ਜੀ ਇੰਨੀ ਡਿਟੇਲ ਨਹੀਂ ਹੁੰਦੀ। ਵਿਲਸ ਦੇ ਵਿੱਚ ਮੇਨਲੀ ਇਹ ਹੁੰਦਾ ਕਿ ਓਕੇ ਕਿ ਮੇਰੇ ਇਹ ਐਸਟ ਨੇ, ਅਗਰ ਅਸੀਂ ਜਨਰਲ ਗੱਲ ਕਰਦੇ ਹਾਂ, ਤੇ ਉਹਦਾ ਫੋਰ ਐਗਜ਼ਾਮਪਲ ਬੈਨੀਫਿਸ਼ਰੀ ਜਾਂ ਟਰਸਟੀ ਜਾਂ ਉਹਦਾ ਵਾਲੀ ਵਾਰਸ ਫਲਾਣਾ ਬੰਦਾ, ਤੁਸੀਂ ਉਹਦਾ ਨਾਮ ਲਿਖ ਦਿੱਤਾ। ਤੁਸੀਂ ਇਹ ਡਿਟੇਲ ਥੋੜ੍ਹਾ ਲਿਖੀ ਹੈ ਕਿ ਮੇਰੀ ਫਲਾਨੀ ਬੈਂਕ 'ਚ ਅਕਾਊਂਟ ਹੈ, ਮੇਰਾ ਇਹ ਅਕਾਊਂਟ ਹੈ, ਇਹ ਪਾਲਿਸੀ ਹੈ, ਉਹ ਡਿਟੇਲ ਵਿਲ ਦੇ ਵਿੱਚ ਇੰਨੀ ਨਹੀਂ ਹੁੰਦੀ। ਸੋ ਵਿਲ ਬਣਾਉਣ ਦਾ ਮਤਲਬ ਹੈ ਕਿ ਤੁਸੀਂ ਬੈਨੀਫਿਸ਼ਰੀ ਡੈਜ਼ਿਗਨੇਸ਼ਨ ਕਰ ਦਿੱਤੀ ਕਿ ਮੇਰੇ ਤੋਂ ਬਾਅਦ ਇਹ ਅਮਾਊਂਟ ਕਿੰਨੀ % ਜਾਊਗਾ। ਬਟ ਜਿਹੜੀਆਂ ਛੋਟੀਆਂ ਚੀਜ਼ਾਂ ਨੇ, ਬੈਂਕ ਅਕਾਊਂਟ ਹੋ ਗਏ, ਲੋਕਰ ਹੋ ਗਏ, ਔਰ ਹੁਣ ਅੱਜ ਦੇ ਟਾਈਮ ਤੇ ਤੁਹਾਡਾ ਆਨਲਾਈਨ ਹੀ ਇੰਨਾ ਕੁਝ ਹੈ। ਬਹੁਤ ਸਾਰੇ ਲੋਕ ਨੇ ਜਿਹੜੇ ਆਨਲਾਈਨ ਇਨਵੈਸਟਮੈਂਟਸ ਕਰਦੇ ਨੇ, ਆਨਲਾਈਨ ਬਿਜ਼ਨਸ ਕਰਦੇ ਨੇ, ਸੋ ਉਹ ਅਕਾਊਂਟ ਦਾ ਪਤਾ ਹੀ ਨਹੀਂ ਹੈ। ਉਹਨਾਂ ਦਾ ਕੋਈ ਕਾਗਜ਼ ਪੇਪਰ ਵੀ ਨਹੀਂ ਲੱਭਣਾ ਘਰ ਚੋਂ। ਉਹ ਤੇ ਤੁਹਾਨੂੰ ਅਗਰ ਉਹਨਾਂ ਦੀ ਲੌਗਇਨ ਇਨਫੋਰਮੇਸ਼ਨ ਐਂਡ ਪਾਸਵਰਡ ਵਗੈਰਾ ਪਏ ਹੋਣਗੇ ਤਾਂ ਹੀ ਤੁਸੀਂ ਉਹ ਯੂਜ਼ ਕਰੋਗੇ ਨਾ। ਸੋ ਅੱਜ ਕੱਲ੍ਹ ਜਿਹਨੂੰ ਕਹੋ ਨਾ ਕਿ ਅਸੀਂ ਖਲਾਰਾ ਜ਼ਿਆਦਾ ਪਾਇਆ, ਬਟ ਉਸ ਚੀਜ਼ ਨੂੰ ਆਰਗੇਨਾਈਜ਼ਡ ਨਹੀਂ ਕੀਤਾ ਹੋਇਆ। ਇੱਕ ਹੋਰ ਵੀ ਫੈਮਿਲੀ ਦੀ ਡਾਇਨਾਮਿਕਸ ਹੈ, ਤੁਸੀਂ ਤੇ ਇਹਨੂੰ ਅਬਜ਼ਰਵ ਕਰਦੇ ਹੋਵੋਗੇ ਨੇੜੇ ਬਹੁਤ ਸਾਰਿਆਂ ਦੀ, ਕਿ ਜਦੋਂ ਜ਼ਿੰਦਗੀ ਚੱਲਦੀ ਹੈ ਉਦੋਂ ਇਹ ਹੈ ਮੈਂ ਪਰਦਾ ਰੱਖਣਾ, ਇਹ ਜਿਹੜਾ ਮੇਰਾ ਪੈਸਾ ਮੇਰੇ ਬੈਂਕ 'ਚ ਕਿੰਨਾ, ਮੇਰੇ ਕੋਲ ਪਾਲਿਸੀਆਂ ਕਿੰਨੀਆਂ, ਇਹ ਮੈਨੂੰ ਹੀ ਪਤਾ ਨੇ, ਕਿਸੇ ਨੂੰ ਦੱਸਣੀਆਂ ਨਹੀਂ ਜੀ। ਤੇ ਜਿਨ੍ਹਾਂ ਦੇ ਨਾਮ ਕਰਾਈਆਂ ਹੁੰਦੀਆਂ ਨੇ, ਜਿਨ੍ਹਾਂ ਨੂੰ ਮਤਲਬ ਆਪਣਾ ਬਣਾਇਆ ਹੁੰਦਾ ਵਾਰਸ, ਉਹਨਾਂ ਨੂੰ ਵੀ ਨਹੀਂ ਦੱਸਿਆ ਜਾਂਦਾ। ਬਹੁਤ ਵਾਰ ਇਹ ਚੀਜ਼ ਹੁੰਦੀ ਹੈ। ਬਹੁਤ ਵਾਰ ਜਦੋਂ ਅਸੀਂ ਕਲਾਇੰਟਸ ਨੂੰ ਮਿਲਦੇ ਹਾਂ ਕਿ ਉਹ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ, ਈਵਨ ਆਪਣੇ ਬੈਨੀਫਿਸ਼ਰੀ ਨੂੰ ਵੀ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ ਕਿ ਮੇਰੇ ਕੋਲ ਇੰਸ਼ੋਰੈਂਸ ਹੈਗੀ ਹੈ। ਕਈ ਵਾਰੀ ਤਾਂ ਚਲੋ ਮੈਂ ਕਈ ਕਲਾਇੰਟਸ ਨੂੰ ਮਿਲਦੀ ਹਾਂ, ਉਹਨਾਂ ਦੀ ਹੁੰਦਾ ਹੈ ਕਿ ਹਾਂ ਮੇਰੇ ਘਰ 'ਚ ਇੱਕ ਐਸੀ ਜਗ੍ਹਾ ਹੈ ਕਿ ਜਿੱਥੇ ਮੈਂ ਆਪਣਾ ਸਾਰਾ ਪੇਪਰ ਵਰਕ ਰੱਖਦਾ ਜਾਂ ਰੱਖਦੀ ਹਾਂ, ਸੋ ਮੇਰੀ ਫੈਮਿਲੀ ਉੱਥੋਂ ਉਸ ਚੀਜ਼ ਨੂੰ ਲੱਭ ਲੇਗੀ ਮੇਰੇ ਤੋਂ ਬਾਅਦ। ਬਟ ਹੁਣ ਜਿਨ੍ਹਾਂ ਨੇ ਕੁਝ ਆਰਗੇਨਾਈਜ਼ ਨਹੀਂ ਕੀਤਾ ਔਰ ਫੈਮਿਲੀ ਨੂੰ ਵੀ ਨਹੀਂ ਦੱਸਿਆ, ਬੈਨੀਫਿਸ਼ਰੀ ਨੂੰ ਵੀ ਨਹੀਂ ਦੱਸਿਆ, ਕਈ ਵਾਰੀ ਕੀ ਹੁੰਦਾ, ਚਲੋ ਠੀਕ ਹੈ ਹਸਬੈਂਡ ਵਾਈਫ ਇੱਕ ਦੂਸਰੇ ਦੇ ਬੈਨੀਫਿਸ਼ਰੀ ਹੈਗੇ ਨੇ, ਉਹਨਾਂ ਨੇ ਇੱਕ ਦੂਜੇ ਨੂੰ ਦੱਸਤਾ, ਪਰ ਹੁਣ ਬੱਚੇ ਛੋਟੇ ਨੇ। ਹੁਣ ਬੱਚਿਆਂ ਦੇ ਲਈ ਜਦੋਂ ਅਸੀਂ ਟਰਸਟੀ ਅਪੁਆਇੰਟ ਕਰਦੇ ਹੈਗੇ ਆ, ਤੇ ਟਰਸਟੀ ਨੂੰ ਮੈਨੂੰ ਨਹੀਂ ਲੱਗਦਾ ਕਿ ਕੋਈ ਪਰਸਨ ਦੱਸਦਾ ਜਾ ਕੇ ਵੀ ਹਾਂ ਮੇਰੀ ਇਹ ਕੰਪਨੀ ਨਾਲ ਪਾਲਿਸੀ ਹੈ, ਵੀ ਇਹ ਨੰਬਰ ਹੈ ਉਹਦਾ, ਕਿ ਅਗਰ ਸਾਨੂੰ ਦੋਨਾਂ ਨੂੰ ਕੁਝ ਹੁੰਦਾ ਤਾਂ ਸਾਡੇ ਬੱਚਿਆਂ ਦੇ ਲਈ ਤੁਸੀਂ ਟਰਸਟੀ ਹੋ। ਉਹ ਤੇ ਹਾਈਡ ਕਰਦੇ ਨੇ। ਪਹਿਲੀ ਤੇ ਗੱਲ ਹੈ, ਕਈ ਵਾਰੀ ਟਰਸਟੀ ਲੱਭਦੇ ਹੀ ਬਹੁਤ ਟਾਈਮ ਲੱਗ ਜਾਂਦਾ ਕਿ ਟਰਸਟ ਕਰੀਏ ਕਿਸ ਤੇ। ਕੋਈ ਮੈਨੂੰ ਦੱਸ ਰਿਹਾ ਸੀ ਇੱਦਾਂ ਤੁਹਾਡੇ ਪ੍ਰੋਫੈਸ਼ਨ 'ਚੋਂ ਹੀ, ਕਿ ਮੰਨਿਆ ਬਣਾਇਆ ਹੋਇਆ ਆਪਣੇ ਪਾਰਟਨਰ ਨੂੰ ਜੀ ਆਪਣਾ ਅੱਗੇ ਜੀ, ਤੇ ਜਾਂ ਈਵਨ ਬੱਚਿਆਂ ਨੂੰ ਕਈ ਵਾਰ ਇਸੇ ਗੱਲ ਤੇ ਬਣਾਈ ਤਾਂ ਹੁੰਦੀ ਹੈ ਬੜੀ ਵੱਡੀ ਪਾਲਿਸੀ, ਡਰ ਇਹ ਹੁੰਦਾ ਕਿ ਜੇ ਕਿਤੇ ਇਹਨਾਂ ਨੂੰ ਪਤਾ ਲੱਗ ਗਿਆ ਕੋਈ ਪਹਿਲਾਂ ਹੀ ਇਹਨਾਂ ਦੀ ਨੀਤ ਵਿਗੜ ਜਾਏ, ਹੈ ਨਾ। ਟਰਸਟ ਇਸ਼ੂਜ਼ ਡੈਫੀਨਿਟਲੀ ਹੁੰਦੇ ਨੇ, ਔਰ ਅੱਜ ਦੇ ਟਾਈਮ 'ਚ ਪੈਸੇ ਨੂੰ ਲੈ ਕੇ ਫੈਮਿਲੀ ਮੈਂਬਰਸ ਦੇ ਵਿੱਚ ਟਰਸਟ ਇਸ਼ੂ ਬਹੁਤ ਜ਼ਿਆਦਾ ਨੇ। ਸੋ ਅਗਰ ਤੁਸੀਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ, ਜਾਂ ਕਿਸੇ ਨਾ ਕਿਸੇ ਨੂੰ ਤਾਂ ਡਿਸਕਲੋਜ਼ ਕਰਨਾ ਪੈਣਾ, ਉਹ ਕਿਸੇ ਨਾ ਕਿਸੇ ਨੂੰ ਦੱਸਣਾ ਪੈਣਾ। ਬਣਾਉਣਾ ਤਾਂ ਕਿਸ ਵਾਸਤੇ ਹੈ, ਫਿਰ ਤੁਸੀਂ ਪਾਲਿਸੀ ਲੈਣੀ ਕਿਸ ਵਾਸਤੇ ਹੈ? ਬਟ ਇਹ ਹੈ ਕਿ ਉਹ ਤੁਹਾਡਾ ਲਗਾਵ ਹੁੰਦਾ, ਇੰਟਰਸਟ ਹੁੰਦਾ। ਬਟ ਹੁਣ ਟਾਈਮ ਇਸ ਤਰ੍ਹਾਂ ਦਾ ਹੈ ਕਿ ਟਰਸਟ ਇਸ਼ੂਜ਼ ਵੀ ਨੇ ਕਿ ਪਤਾ ਨਹੀਂ ਫਿਊਚਰ 'ਚ ਕੀ ਹੋਣਾ ਹੈ, ਕਿ ਅੱਜ ਚਲੋ ਠੀਕ ਹੈ ਪਰਸਨ ਮੇਰੇ ਨਾਲ ਅੱਛਾ ਹੈ, ਸਹੀ ਹੈ, ਫਿਊਚਰ 'ਚ ਅੱਗੇ ਕਿੱਦਾਂ ਦੇ ਰਿਲੇਸ਼ਨਸ਼ਿਪ ਹੋਣੇ ਨੇ, ਉਸ ਕਰਕੇ ਇਨਸਾਨ ਡਰਦਾ ਨਹੀਂ ਦੱਸਦਾ। ਕੈਸੀ ਦੁਬਿਧਾ ਹੈ, ਤੁਸੀਂ ਮਤਲਬ ਫਿਊਚਰ ਲਈ ਕਿਸੇ ਨੂੰ ਕੁਝ ਦੇ ਕੇ ਵੀ ਜਾਣਾ ਚਾਹੁੰਦੇ ਹੋ, ਸਿਕਿਉਰ ਕਰ ਰਹੇ ਹੋ, ਉਹ ਤੇ ਤੁਹਾਨੂੰ ਟਰਸਟ ਵੀ ਪੂਰਾ ਨਹੀਂ ਹੈ, ਤੇ ਫਿਰ ਉਹ ਜਿਹੜਾ ਤੁਸੀਂ ਇੰਨੀ ਤੰਗੀਆਂ ਕੱਟ ਕੇ ਕੋਈ ਚੀਜ਼ ਬਣਾਈ ਹੈ, ਸੇਵ ਕੀਤਾ ਜੀ, ਤੇ ਉਹ ਮੁੜ ਕੇ ਪਤਾ ਹੀ ਨਹੀਂ ਲੱਗਦਾ ਵੀ ਕਿੱਥੇ ਗਿਆ। ਹਿਊਮਨ ਨੇਚਰ। ਸੋ ਹਿਊਮਨ ਨੇਚਰ ਇਸ ਤਰ੍ਹਾਂ ਦੀ ਹੈ ਕਿ ਕਦੀ ਵੀ 100% ਟਰਸਟ ਨਹੀਂ ਕਰ ਸਕਦੀ। ਸੋ ਉਹਨਾਂ ਨੂੰ 1% ਡਰ ਰਹਿੰਦਾ ਹੀ ਹੈ। ਤਾਂ ਇਹ ਡਰ ਜਿਹੜਾ ਹੈਗਾ, ਇਹ ਸਿਚੁਏਸ਼ਨ ਨੂੰ ਜਨਮ ਦਿੰਦਾ ਹੈ ਕਿ ਹਾਂ ਇਹ ਚੀਜ਼ਾਂ ਅਨਪਲੈਨਡ ਰਹਿ ਜਾਂਦੀਆਂ ਨੇ। ਪਰ ਹੁਣ ਸਵਾਲ ਵੱਡਾ ਇਹ ਹੈ ਕਿ ਇਹਦਾ ਕੀਤਾ ਕੀ ਜਾਏ। ਸੋ ਇਹਦੇ ਬਾਰੇ ਅਸੀਂ ਗੱਲਬਾਤ ਕਰਦੇ ਹਾਂ। ਗੱਲਬਾਤ ਸਾਡੀ ਚੱਲ ਰਹੀ ਹੈ ਕਿਉਂਕਿ ਇਹ ਮਤਲਬ ਬੜਾ ਕੰਪਲੀਕੇਟਡ ਇਸ਼ੂ ਹੈ। ਮੈਨੂੰ ਤਾਂ ਇਹ 'ਚ ਲੱਗਦਾ ਕਿ ਥੋੜ੍ਹਾ ਜਿਹਾ ਸਾਨੂੰ ਆਪਣੇ ਅੰਦਰ ਵੀ ਝਾਤ ਮਾਰਨੀ ਚਾਹੀਦੀ ਹੈ ਕਿ ਜੇ ਸਾਰਾ ਕੁਛ ਕਰ ਰਹੇ ਹਾਂ ਤਾਂ ਕਿਸ ਵਾਸਤੇ ਕਰ ਰਹੇ ਹਾਂ। ਜੇ ਇਹ ਨਾਲ ਇਹ ਪਲੈਨਿੰਗ ਨਹੀਂ ਕਰਨੀ ਅਤੇ ਕਿਸੇ 'ਤੇ ਟਰਸਟ ਨਹੀਂ ਕਰਨਾ। ਅਤੇ ਸਾਡੇ ਨਾਲ ਸਟੂਡੀਓ ਦੇ ਵਿੱਚ ਸਿਮਰਨ ਸੈਣੀ ਨੇ, ਜਿਹੜੇ ਕਿ ਖੁਦ ਇੰਸ਼ੋਰੈਂਸ ਇੰਡਸਟਰੀ 'ਚ ਨੇ, ਇੰਸ਼ੋਰੈਂਸ ਸੈਕਟਰ 'ਚ ਨੇ, ਅਤੇ ਰੋਜ਼ ਇਹਨਾਂ ਦਾ ਇਸ ਤਰ੍ਹਾਂ ਦੇ ਪਰਿਵਾਰਾਂ ਨਾਲ, ਇਸ ਤਰ੍ਹਾਂ ਦੇ ਕਮਿਊਨਿਟੀ ਦੇ ਮੈਂਬਰਸ ਨਾਲ ਵਾਹ ਪੈਂਦਾ, ਜਿਹੜੇ ਇਹਨਾਂ ਸਿਚੁਏਸ਼ਨ ਨਾਲ ਡੀਲ ਕਰ ਰਹੇ ਨੇ। ਅਤੇ ਸਾਡੇ ਕੋਲ ਮੈਂ ਦੇਖ ਰਿਹਾ ਸੀ ਮੈਸੇਜ ਹੈ ਕਿਸੇ ਦੋਸਤ ਦਾ, ਇਹਨਾਂ ਨੇ ਨਾਮ ਨਹੀਂ ਆਪਣਾ ਲਿਖਿਆ ਹੋਇਆ, ਕਿ ਮੈਂ ਤਾਂ ਸਾਰਾ ਕੁਛ ਲਿਖਿਆ ਹੋਇਆ ਅਤੇ ਹਰ 6 ਮਹੀਨੇ ਬਾਅਦ ਆਪਣੀ ਇਨਫੋਰਮੇਸ਼ਨ ਅਪਡੇਟ ਕਰਦਾ ਰਹਿਣਾ। ਅਤੇ ਤੁਹਾਡਾ ਕੀ ਇਸ ਤਜਰਬੇ 'ਚੋਂ ਤੁਸੀਂ ਕੁਛ ਚੀਜ਼ਾਂ ਸਿਮਰਨ ਜੀ ਸਿੱਖੀਆਂ ਹੋਣਗੀਆਂ ਜਾਂ ਸਮਝੀਆਂ ਹੋਣਗੀਆਂ ਕਿ ਕਿਵੇਂ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਨੂੰ ਔਰਗੇਨਾਈਜ਼ ਕਰਨਾ ਚਾਹੀਦਾ? ਕਿਉਂਕਿ ਇੱਕ ਗੱਲ ਤਾਂ ਬੜੀ ਬੇਸਿਕ ਹੈ ਕਿ ਜੇ ਇਹ ਇਨਫੋਰਮੇਸ਼ਨ ਤੁਹਾਡੇ ਨਾਲ ਹੀ ਚਲੇ ਜਾਣੀ ਆ ਅਤੇ ਫਿਰ ਇੰਨਾ ਤੰਗ ਹੋਣ ਦਾ ਕੀ ਫਾਇਦਾ? ਫਿਰ ਐਸ਼ ਕਰੋ। ਬਿਲਕੁਲ, ਹੈ ਨਾ ਜੀ।
ਬਿਲਕੁਲ, ਕਿਉਂਕਿ ਜਿਸ ਤਰ੍ਹਾਂ ਹੁਣ ਜਿਨ੍ਹਾਂ ਨੇ ਵੀ ਮੈਸੇਜ ਕੀਤਾ, ਬੜੀ ਅੱਛੀ ਗੱਲ ਕੀਤੀ ਹੈ ਕਿ ਉਹ ਚੀਜ਼ ਨੂੰ ਨੋਟ ਕਰਕੇ ਰੱਖਦੇ ਨੇ। ਔਰ ਦੂਸਰਾ, ਉਹ ਚੀਜ਼ ਤੁਹਾਡੀ ਫੈਮਿਲੀ ਨੂੰ ਪਤਾ ਵੀ ਹੋਏ ਕਿ ਜਿੱਥੇ ਤੁਸੀਂ ਨੋਟ ਕੀਤਾ ਉਹ ਪਿਆ ਕਿੱਥੇ ਹੈ। ਹੁਣ ਤੁਹਾਡੇ ਬੈਂਕ ਅਕਾਊਂਟਸ ਹੋ ਗਏ, ਤੁਹਾਡੀ ਲਾਈਫ ਇੰਸ਼ੋਰੈਂਸ ਪਾਲਿਸੀਜ਼ ਹੋ ਗਈਆਂ, RRSP RESP ਹੋ ਗਈਆਂ, ਤੁਸੀਂ ਹਰ ਪਾਲਿਸੀ ਦਾ ਨੰਬਰ, ਨੇਮ ਕਿਸੇ ਵੀ ਜਗ੍ਹਾ 'ਤੇ ਮੈਂਸ਼ਨ ਕਰ ਲਓ, ਕੋਈ ਫੋਲਡਰ ਬਣਾ ਲਓ, ਕੋਈ ਵੀ ਹੈ, ਉਸ ਚੀਜ਼ ਨੂੰ ਔਰਗਨਾਈਜ਼ਡ ਤਰੀਕੇ ਦੇ ਨਾਲ ਲਿਖ ਕੇ ਕਿ ਮੇਰਾ ਫੋਰ ਐਗਜ਼ਾਮਪਲ ਕਿ ਮੇਰੇ ਪ੍ਰੋਫੈਸ਼ਨਲ ਅਕਾਊਂਟੈਂਟ ਦਾ ਨੰਬਰ ਇਹ ਹੈ, ਉਹਦਾ ਨਾਮ, ਨੰਬਰ, ਤੁਹਾਡੇ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਉਹਨਾਂ ਦਾ ਨਾਮ, ਨੰਬਰ ਇਹ ਹੈ, ਤੁਹਾਡੇ ਲਾਇਰ ਨੇ, ਜੋ ਵੀ ਤੁਹਾਡੇ ਕੰਟੈਕਟ, ਕਿ ਮੇਰੇ ਤੋਂ ਬਾਅਦ ਉਹਨਾਂ ਨਾਲ ਸਿੱਧਾ ਕੰਟੈਕਟ ਕਰ ਸਕਦੇ ਨੇ, ਉਹਨਾਂ ਤੋਂ ਉਹਨਾਂ ਦੀ ਡਿਟੇਲ ਨਿਕਲ ਜੇਗੀ। ਦੂਸਰੀ ਚੀਜ਼, ਤੁਹਾਡੀਆਂ ਪਾਲਿਸੀਜ਼, ਤੁਹਾਡੇ ਇਨਵੈਸਟਮੈਂਟਸ ਜੋ ਵੀ ਹੈ, ਉਹ ਹਰ ਚੀਜ਼ ਇੱਕ ਜਗ੍ਹਾ 'ਤੇ ਪਈ ਹੋਣੀ ਚਾਹੀਦੀ ਹੈ। ਅਦਰਵਾਈਜ਼ ਕਈ ਵਾਰੀ ਮੈਨੂੰ ਸ਼ਮੀਲ ਜੀ ਕਾਲ ਆਉਂਦੀ ਹੈ ਕਿ ਸਾਡੀ ਪਾਲਿਸੀ ਸੀਗੀ, ਪਤਾ ਨਹੀਂ ਕਿਸ ਕੰਪਨੀ ਨਾਲ ਸੀ, ਪਰਸਨ ਦੀ ਡੈਥ ਹੋ ਗਈ ਹੈ, ਔਰ ਉਹ ਨਾ ਤੇ ਪਾਲਿਸੀ ਹੈਗੀ ਆਪਣੇ ਕੋਲ ਬੁਕਲੇਟ, ਨਾ ਸਾਨੂੰ ਕੰਪਨੀ ਦਾ ਪਤਾ, ਫਿਰ ਉਹ ਲੱਭਣਾ ਪੈਂਦਾ ਹੈ ਕਿ ਇਸ ਕੰਪਨੀ ਨਾਲ ਬੈਂਕ ਸਟੇਟਮੈਂਟਸ ਚੈੱਕ ਕਰੋ, ਬਹੁਤ ਹੈਸਲ ਹੁੰਦਾ ਕਿ ਜਿਹੜੀ ਚੀਜ਼ ਸਿੰਪਲ ਸੀਗੀ ਉਹਨੂੰ ਅਸੀਂ ਕੰਪਲੀਕੇਟ ਕਰਤਾ ਪਿੱਛੇ ਫੈਮਿਲੀ ਦੇ ਲਈ, ਉਸ ਚੀਜ਼ ਨੂੰ ਲੱਭਣਾ ਪੈ ਰਿਹਾ ਕਿ ਹਾਂ ਕਿੱਥੇ ਹੈ, ਪੇਪਰ ਵਰਕ ਕਿੱਥੇ ਹੈ, ਕਿਹੜੀ ਕੰਪਨੀ ਨਾਲ ਚੱਲ ਵੀ ਰਹੀ ਹੈ ਪਾਲਿਸੀ, ਨਹੀਂ ਚੱਲ ਰਹੀ। ਉਹੀ ਅਗਰ ਤੁਸੀਂ ਔਰਗਨਾਈਜ਼ ਕਰਕੇ ਇੱਕ ਜਗ੍ਹਾ 'ਤੇ ਲਿਖ ਕੇ, ਚਾਹੇ ਕੋਈ ਫੋਲਡਰ, ਜਿਸ ਤਰ੍ਹਾਂ ਵੀ ਤੁਸੀਂ ਉਹਨੂੰ ਸਹੀ ਸਮਝਦੇ ਹੋ, ਆਪਣੀ ਫੈਮਿਲੀ ਦੇ ਨਾਲ ਡਿਸਕਸ ਕਰੋ ਕਿ ਓਕੇ ਠੀਕ ਹੈ, ਤੁਸੀਂ ਅਮਾਊਂਟ ਨਹੀਂ ਦੱਸਣਾ ਚਾਹੁੰਦੇ, ਕਈ ਵਾਰੀ ਤੁਹਾਡੇ ਟਰਸਟ ਇਸ਼ੂਜ਼ ਹੈਗੇ ਨੇ ਕਿ ਹਾਂ ਮੇਰੀ ਇੰਨੀ ਇੰਸ਼ੋਰੈਂਸ ਪਾਲਿਸੀ ਜਾਂ ਮੇਰੇ ਕੋਲ ਇੰਨਾ ਪੈਸਾ ਤੁਸੀਂ ਨਹੀਂ ਡਿਸਕਲੋਜ਼ ਕਰਨਾ ਚਾਹੁੰਦੇ, ਤਾਂ ਐਟਲੀਸਟ ਇਹ ਚੀਜ਼ ਦੱਸ ਦਿਓ ਕਿ ਮੈਂ ਉਹ ਸਾਰਾ ਕੁਝ ਉੱਥੇ ਲਿਖਿਆ ਹੋਇਆ, ਫੈਮਿਲੀ ਨੂੰ ਇਹ ਪਤਾ ਹੋਏ ਕਿ ਸਾਡੇ ਤੋਂ ਬਾਅਦ ਤੁਸੀਂ ਕਿਹੜੀ ਚੀਜ਼ ਤੋਂ ਬਾਕੀ ਸਾਰੀ ਇਨਫੋਰਮੇਸ਼ਨ ਕਲੈਕਟ ਕਰਨੀ ਹੈ। ਸੋ ਇਹ ਚੀਜ਼ ਨੂੰ ਔਰਗਨਾਈਜ਼ਡ ਕਰਨਾ, ਟਾਈਮ ਸਿਰ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਔਰ ਇਸ ਨੂੰ ਡੀਲ ਕਰਨਾ, ਕਿਉਂਕਿ ਕਈ ਲੋਕ ਨਾ ਜਿਵੇਂ ਕਹਿੰਦੇ ਨੇ ਆਪਾਂ ਸੱਚਾਈ ਦੀ ਅੱਖ 'ਚ ਅੱਖ ਪਾ ਕੇ ਨਹੀਂ ਦੇਖਦੇ। ਐਗਜ਼ੈਕਟਲੀ, ਜਿਹੜੀ ਡੈਥ ਹੈ ਕਿਹੋ ਜਿਹੀ ਸੱਚਾਈ ਹੈ ਜੀ, ਇਹ ਤੋਂ ਡਰ ਤਾਂ ਭਾਵੇਂ ਲੱਗਦਾ, ਪਰ ਤੁਸੀਂ ਇਸ ਤੋਂ ਨਹੀਂ ਬਚ ਸਕਦੇ। ਅਸੀਂ ਸੋਚਦੇ ਨਹੀਂ, ਇਹਦੇ ਬਾਰੇ ਅਸੀਂ ਸੋਚਣਾ ਨਹੀਂ ਚਾਹੁੰਦੇ, ਤੇ ਇਹਨੂੰ ਫੇਸ ਕਰਨਾ ਪਏਗਾ। ਔਰ ਜੇ ਇਹਨੂੰ ਫੇਸ ਕਰਾਂਗੇ ਤੇ ਕਲੀਅਰ ਗੱਲ ਇਹ ਮੰਨ ਕੇ ਕਰਨੀ ਪਊਗੀ ਕਿ ਇਹ ਜੇ ਹੁੰਦਾ ਹੈ ਤੇ ਸਾਡੇ ਕੋਲ ਰਸਤਾ ਕੀ ਹੈ। ਬਿਲਕੁਲ, ਤੁਸੀਂ ਪਲਾਨ ਕਰੋ, ਤੁਹਾਨੂੰ ਪਤਾ ਹੈ ਕਿ ਹਰ ਇੱਕ ਪਰਸਨ ਨੇ ਜਾਣਾ ਹੈ, ਕਦੋਂ ਜਾਣਾ ਸਾਨੂੰ ਨਹੀਂ ਪਤਾ, ਸੋ ਬਟ ਸਾਨੂੰ ਇਹ ਤਾਂ ਪਤਾ ਨਾ ਕਿ ਜਾਣਾ ਹੈ, ਤਾਂ ਉਸ ਚੀਜ਼ ਲਈ ਅਸੀਂ ਥੋੜ੍ਹਾ ਜਿਹਾ ਟਾਈਮ ਕੱਢ ਕੇ ਅਗਰ ਤੁਸੀਂ ਪ੍ਰੋਪਰ ਪਲੈਨਿੰਗ ਕਰ ਲੈਂਦੇ ਹੋ ਤੇ ਇਹਦੇ 'ਚ ਕੋਈ ਬੁਰੀ ਗੱਲ ਨਹੀਂ ਹੈ। ਇਹ ਤਾਂ ਹੈ ਨਹੀਂ ਕਿ ਪਲੈਨਿੰਗ ਕਰਨ ਨਾਲ ਅਸੀਂ ਕੋਈ ਪਹਿਲਾਂ ਚਲੇ ਜਾਣਾ ਜਾਂ ਬਾਅਦ 'ਚ ਚਲੇ ਜਾਣਾ, ਉਹ ਤਾਂ ਸਾਡਾ ਡਰ ਹੈ ਨਾ ਕਿ ਅਸੀਂ ਇਸ ਚੀਜ਼ ਬਾਰੇ ਡਿਸਕਸ ਹੀ ਨਹੀਂ ਕਰ ਰਹੇ। ਉਸ ਡਰ ਨੂੰ ਜਿਹੜਾ ਹੈਗਾ, ਉਸ ਝਿਜਕ ਨੂੰ ਕਿ ਹਾਂ, ਕਈ ਵਾਰੀ ਤੁਸੀਂ ਦੇਖਿਆ ਆਪਣੀ ਕਮਿਊਨਿਟੀ ਜਦੋਂ ਅਸੀਂ ਗੱਲ ਕਰਦੇ ਹਾਂ ਫੈਮਲੀਜ਼ ਦੇ ਵਿੱਚ, ਤੇ ਫੈਮਿਲੀ 'ਚ ਤੁਹਾਨੂੰ ਮੈਂਬਰ ਰੋਕ ਦਿੰਦੇ, ਨਹੀਂ ਇਹਦੀ ਗੱਲ ਨਹੀਂ ਕਰਨੀ, ਅਸੀਂ ਗੱਲ ਮੌਤ ਦੇ ਲਫ਼ਜ਼ ਤੋਂ ਹੀ ਰੋਕਦੇ ਨੇ ਕਿ ਨਹੀਂ ਇਹ ਬੋਲਣਾ ਨਹੀਂ ਹੈਗਾ, ਬਸ ਬੰਦ ਕਰ ਦਿਓ ਇੱਥੇ ਟੌਪਿਕ, ਇਨਕਲੂਡਿੰਗ ਤੁਸੀਂ ਪੇਰੈਂਟਸ ਦੀ ਗੱਲ ਕਰ ਲਓ, ਮਦਰ ਫਾਦਰ ਦੀ, ਉਹ ਗੱਲ ਨਹੀਂ ਕਰਨ ਦਿੰਦੇ ਇਸ ਟੌਪਿਕ 'ਤੇ ਕਿ ਨਹੀਂ ਇਹਦੇ ਬਾਰੇ ਬੋਲਣਾ ਨਹੀਂ ਹੈਗਾ। ਵੀ ਜਿਹੜੀ ਚੀਜ਼ ਹੈਗੀ ਹੈ, ਰਿਐਲਿਟੀ ਹੈ, ਤੁਸੀਂ ਉਹਦੇ ਬਾਰੇ ਡਿਸਕਸ ਤੇ ਕਰੋ ਨਾ। ਸੋ ਮੇਨ ਚੀਜ਼ ਅਸੀਂ ਡਿਸਕਸ ਨਹੀਂ ਕਰਦੇ। ਤੁਸੀਂ ਕੋਈ ਇੱਕ ਫੋਲਡਰ ਰੱਖੋ ਜੀ, ਜਿੱਥੇ ਸਾਰੀ ਇਨਫੋਰਮੇਸ਼ਨ ਹੋਵੇ, ਬਿਲਕੁਲ, ਤੁਹਾਡੀਆਂ ਪਾਲਿਸੀਜ਼, ਤੁਹਾਡੀਆਂ ਸੇਵਿੰਗਸ, ਤੁਹਾਡੇ ਬੈਂਕ ਅਕਾਊਂਟ ਦੀ, ਆਨਲਾਈਨ ਅਕਾਊਂਟਸ, ਤੁਹਾਡੇ ਆਨਲਾਈਨ, ਤੁਹਾਡੇ ਕੰਟੈਕਟ ਜਿਹੜੇ, ਤੁਹਾਡਾ ਐਡਵਾਈਜ਼ਰ ਹੈ, ਤੁਹਾਡਾ ਅਕਾਊਂਟੈਂਟ ਹੈ, ਪ੍ਰੋਫੈਸ਼ਨਲਸ ਦੇ ਨੰਬਰ ਹੋਣ, ਔਰ ਪਲੱਸ ਤੁਹਾਡੇ ਅਗਰ ਲੋਕਰ ਨੇ, ਮੋਸਟਲੀ ਤੁਸੀਂ ਦੇਖਿਆ ਹੋਣਾ ਸ਼ਮੀਲ ਜੀ ਕਿ ਲੋਕਰ ਦੇ ਵਿੱਚ ਹਸਬੈਂਡ ਵਾਈਫ ਇੱਕ ਦਾ ਨਾਮ ਹੁੰਦਾ, ਦੂਸਰੇ ਦਾ ਨਾਮ ਹੀ ਨਹੀਂ ਹੁੰਦਾ ਮੋਸਟਲੀ। ਅਗਰ ਜੁਆਇੰਟ ਹੈਗੇ ਚਲੋ ਫਿਰ ਵੀ ਥੋੜ੍ਹੀ ਸਿੰਪਲ ਹੋ ਜਾਂਦੀ ਹੈ। ਉਹਨਾਂ ਦੀ ਇਨਫੋਰਮੇਸ਼ਨ, ਲੋਕਰ ਦੇ ਕੋਡ, ਕਿੰਨੇ ਅੱਜ ਕੱਲ੍ਹ ਤੇ ਪਾਸਵਰਡ ਤੇ ਕੋਡ ਹੀ ਇੰਨੇ ਨੇ ਕਿ ਮੈਨੂੰ ਲੱਗਦਾ ਕਿ ਆਪਣੇ ਆਪ ਨੂੰ ਨਹੀਂ ਯਾਦ ਰਹਿੰਦੇ ਹੈਗੇ, ਤੁਸੀਂ ਉਹਨੂੰ ਕਿਤੇ ਨਾ ਕਿਤੇ ਨੋਟ ਕਰਕੇ ਰੱਖੋਗੇ। ਸੋ ਉਹ ਸਾਰੇ ਅਕਾਊਂਟਸ ਦੇ ਪਾਸਵਰਡਸ, ਉਹ ਸਾਰੀਆਂ ਚੀਜ਼ਾਂ ਤੁਹਾਨੂੰ ਕਿਤੇ ਨਾ ਕਿਤੇ ਰੱਖਣੀਆਂ ਪੈਣੀਆਂ। ਜਾਂ ਤੁਸੀਂ ਕਿਸੇ ਨੂੰ ਪੈਸੇ ਦਿੱਤੇ ਹੋਏ ਨੇ, ਕਿਸੇ ਤੋਂ ਪੈਸੇ ਲੈਣੇ ਨੇ, ਬਹੁਤ ਵਾਰੀ ਅਸੀਂ ਇਸ ਤਰ੍ਹਾਂ ਦੀ ਡੀਲਿੰਗ ਕਰਦੇ ਹਾਂ। ਸੋ ਸਾਡੇ ਤੋਂ ਬਾਅਦ ਤੇ ਉਹ ਚੀਜ਼ ਕਿਸੇ ਨੂੰ ਪਤਾ ਹੀ ਨਹੀਂ ਹੈ। ਤੁਸੀਂ ਅਗਰ ਫੋਰ ਐਗਜ਼ਾਮਪਲ ਕਿਸੇ ਤੋਂ ਪੈਸੇ ਲੈਣੇ ਸੀ, ਪਿੱਛੇ ਫੈਮਿਲੀ ਨੂੰ ਨਹੀਂ ਪਤਾ ਕੁਛ ਵੀ, ਤਾਂ ਉਹਨੂੰ ਕੌਣ ਡੀਲ ਕਰੇਗਾ। ਸੋ ਇਹ ਜਿਹੜੇ ਫਾਈਨੈਂਸ਼ੀਅਲ ਮੈਟਰ ਨੇ ਬੜੇ ਸੈਂਸਿਟਿਵ ਮੈਟਰ ਹੈਗੇ ਨੇ ਕਿ ਅਗਰ ਅਸੀਂ ਇੰਨੀ ਮਿਹਨਤ ਕਰ ਰਹੇ ਹਾਂ, ਇੰਨੇ ਆਵਰਸ ਲਗਾ ਰਹੇ ਹਾਂ, ਜਿਨ੍ਹਾਂ ਲਈ ਅਸੀਂ ਪੈਸੇ ਜੋੜ ਰਹੇ ਹਾਂ, ਉਹਨਾਂ ਨੂੰ ਮਿਲ ਵੀ ਜਾਣ ਬਾਅਦ ਵਿੱਚ, ਉਹਦੇ ਲਈ ਵੀ ਆਪਾਂ ਨੂੰ ਪਲਾਨ ਕਰਨ ਦੀ ਜ਼ਰੂਰਤ ਹੈ। ਤੇ ਇੱਕ ਇਸੇ ਤਰ੍ਹਾਂ ਦਾ ਇਹ ਸੁਜੈਸ਼ਨ ਹੈ ਕਿ ਤੁਸੀਂ ਆਪਣੇ ਐਸੈਟਸ ਦੀ ਤੇ ਸਾਰੀ ਚੀਜ਼ਾਂ ਦੀ ਲਿਸਟ ਬਣਾ ਕੇ ਉਹਨੂੰ ਆਪਣੀ ਵਿਲ ਦੇ ਨਾਲ ਅਟੈਚ ਕਰ ਸਕਦੇ ਹੋ। ਬਿਲਕੁਲ, ਤੁਸੀਂ ਕਰ ਸਕਦੇ ਹੋ, ਇਹੋ ਜਿਹਾ ਵੀ ਕੁਝ ਹੋ ਸਕਦਾ ਹੈ। ਪਰ ਇੱਥੇ ਕਈ ਵਾਰੀ ਚੀਜ਼ਾਂ ਕੰਪਲੀਕੇਟਡ ਹੋ ਜਾਂਦੀਆਂ ਨੇ। ਵਿਲ ਦੇ ਵਿੱਚ ਕਈ ਚੀਜ਼ਾਂ ਨੂੰ ਮੈਂਸ਼ਨ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਕਿਉਂਕਿ ਬਹੁਤ ਕੁਝ ਐਸਾ ਹੈਗਾ ਜੋ ਵਿਲ ਦੇ ਵਿੱਚ ਮੈਂਸ਼ਨ ਅਗਰ ਤੁਸੀਂ ਕਰਦੇ ਹੋ, ਕੱਲ੍ਹ ਨੂੰ ਉਹ ਕੰਪਲੀਕੇਟਡ ਹੋ ਸਕਦਾ ਹੈ। ਸਪੈਸ਼ਲੀ ਜਦੋਂ ਅਸੀਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹੈਗੇ ਹਾਂ, ਅਸੀਂ ਹਮੇਸ਼ਾ ਕਹਿੰਦੇ ਕਿ ਲਾਈਫ ਇੰਸ਼ੋਰੈਂਸ ਨੂੰ ਵਿਲ ਦੇ ਵਿੱਚ ਮੈਂਸ਼ਨ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਕਿਉਂਕਿ ਲਾਈਫ ਇੰਸ਼ੋਰੈਂਸ ਨੇ ਆਪਣੀ ਬੈਨੀਫਿਸ਼ਰੀ ਦੇ ਹਿਸਾਬ ਦੇ ਨਾਲ ਹੀ ਚੱਲਣਾ ਹੈ। ਵਿਲ ਦੇ ਵਿੱਚ ਤੁਸੀਂ ਬਾਅਦ ਵਿੱਚ ਕੀ ਲਿਖਿਆ ਡਜ਼ਨਟ ਮੈਟਰ। ਸੋ ਕੁਝ ਚੀਜ਼ਾਂ ਨੂੰ ਵਿਲ ਦੇ ਵਿੱਚ ਮੈਂਸ਼ਨ ਕਰਨ ਦੀ ਜ਼ਰੂਰਤ ਨਹੀਂ ਹੈਗੀ। ਹਾਂ, ਤੁਸੀਂ ਅਲੱਗ ਤੋਂ ਆਪਣਾ ਫੋਲਡਰ ਬਣਾਓ। ਸੋ ਮੈਂ ਲਾਸਟ ਵੀਕ ਵੀ ਜਦੋਂ ਅਸੀਂ ਲਾਸਟ ਮੰਥ ਵੀ ਗੱਲ ਕੀਤੀ ਸੀ ਵਿਲ ਐਂਡ ਪਾਵਰ ਅਟਰਨੀ ਦੀ, ਉੱਥੇ ਇੱਕ ਮੈਂ ਇੱਕ ਇਨਫੋਰਮੇਸ਼ਨ ਫੋਲਡਰ ਦੀ ਗੱਲ ਕੀਤੀ ਸੀਗੀ। ਸੋ ਉਹਦੇ 'ਚ ਕਾਫੀ ਸਾਰੀ ਡਿਟੇਲ
ਡਿਟੇਲ ਹੈ ਜਿਹੜੀ ਤੁਸੀਂ ਨੋਟ ਕਰਕੇ ਰੱਖ ਸਕਦੇ ਹੈਗੇ ਹੋ। ਸੋ ਉਹ ਇੱਕ ਫੋਲਡਰ ਐਸੀ ਚੀਜ਼ ਹੈਗੀ ਕਿ ਜਿਸ ਤੁਹਾਡੀ ਐਵਰੀ ਸਿੰਗਲ ਡਿਟੇਲ ਹੈ ਕਿ ਬੈਂਕ ਅਕਾਊਂਟ ਹੈ ਤੁਹਾਡੇ ਜੋ ਵੀ ਹੈ ਤੁਸੀਂ ਉਹਦੇ 'ਚ ਨੋਟ ਕਰਕੇ ਰੱਖ ਸਕਦੇ ਹੋ। ਬਾਕੀ ਉਹ ਦੱਸ ਕੇ ਜ਼ਰੂਰ ਜਾਣਾ ਕਿ ਪਿਆ ਕਿੱਥੇ ਹੈ। ਸੋ ਮੇਨ ਚੀਜ਼ ਇਹ ਹੈ ਕਿ ਅਸੀਂ ਮੇਨ ਗੱਲ ਤਾਂ ਇਹ ਹੈ ਕਿ ਉਹ ਜਿਹੜੀ ਤੁਹਾਡੀ ਇਨਫੋਰਮੇਸ਼ਨ ਹੈ ਨਾ ਹੋਵੇ ਤੁਸੀਂ ਨਾਲ ਹੀ ਲੈ ਜਾਓ। ਬਿਲਕੁਲ। ਬਹੁਤ ਵਾਰੀ ਸਾਨੂੰ ਇੱਕ ਇਹੀ ਕਾਲ ਆਉਂਦੀ ਹੈ ਜੀ ਪਾਲਿਸੀ ਗਵਾਚ ਗਈ ਹੈ। ਅਸੀਂ ਪਾਲਿਸੀ ਰਿਵਿਊ ਦੀ ਗੱਲ ਕਰਦੇ ਹੁੰਦੇ ਕਿ ਆਪਣੀ ਪਾਲਿਸੀਜ਼ ਨੂੰ ਖੋਲ ਕੇ ਦੇਖ ਲਓ, ਅਪਡੇਟ ਕਰ ਲਓ, ਕੁਝ ਨਾ ਕੁਝ ਚੇਂਜਸ ਕਰਨ ਦੀ ਜ਼ਰੂਰਤ ਹੈ। ਮੈਨੂੰ ਆ ਰਿਹਾ ਕਿ ਵੀ ਇਸ ਸਿਚੁਏਸ਼ਨ ਤੇ ਕਈ ਵਾਰ ਫਿਰ ਆਪਾਂ ਹੁਣ ਜਿਵੇਂ ਸਾਰੀਆਂ ਚੀਜ਼ਾਂ ਤੇ ਆਨਲਾਈਨ ਜਾ ਰਹੇ ਹਾਂ, ਉਹਦੀ ਬਜਾਏ ਜੇ ਹਾਰਡ ਕਾਪੀ ਤੁਹਾਡੇ ਘਰੇ ਆ ਰਹੀ ਹੈ ਉਹ ਕਿਤੇ ਨਾ ਕਿਤੇ ਪਈ ਹੋਏਗੀ, ਆਨਲਾਈਨ ਤੇ ਹਵਾ 'ਚ ਹੀ ਰਹਿ ਗਈ। ਆਨਲਾਈਨ ਤੇ ਡਾਟਾ ਸਾਨੂੰ ਲੱਗਦਾ ਕਿ ਹਾਂ ਠੀਕ ਹੈ ਅਸੀਂ ਸੇਵ ਕਰ ਰਹੇ ਹਾਂ, ਬਟ ਉਹ ਸਿਕਿਉਰ ਨਹੀਂ ਹੈਗਾ। ਸੋ ਜਿਹੜੀ ਹਾਰਡ ਕਾਪੀ ਅਸੀਂ ਹੁਣ ਯੂਜ਼ ਟੂ ਨਹੀਂ ਰਹੇ ਹਾਰਡ ਕਾਪੀਜ਼ ਦੇ, ਅਸੀਂ ਹਰ ਚੀਜ਼ ਆਨਲਾਈਨ, ਚਲੋ ਠੀਕ ਹੈ ਕੁਛ ਵੀ ਕਰਨਾ ਆਪਣੀ ਈਮੇਲ 'ਚ ਨੋਟ ਕਰ ਲਿਆ ਜਾਂ ਤੁਸੀਂ ਕੋਈ ਨੋਟ ਬਣਾ ਕੇ ਕਰ ਲਿਆ, ਸਾਰਾ ਕੁਝ ਆਨਲਾਈਨ ਕਰ ਲਿਆ। ਬਟ ਇਸ ਚੀਜ਼ ਦੇ ਲਈ ਮੈਨੂੰ ਲੱਗਦਾ ਕਿ ਹਾਰਡ ਕਾਪੀ ਹੋਣੀ ਜ਼ਰੂਰੀ ਹੈ, ਸਪੈਸ਼ਲੀ ਇੰਸ਼ੋਰੈਂਸ ਨੂੰ ਲੈ ਕੇ। ਤੇ ਡੈਫੀਨੇਟਲੀ ਤੁਹਾਡੀ ਫੈਮਿਲੀ ਕੋਲ ਹਾਰਡ ਕਾਪੀਜ਼ ਹੋਣੀਆਂ ਜ਼ਰੂਰੀ ਹੈ। ਔਰ ਬਹੁਤ ਵਾਰੀ ਇਹ ਹੁੰਦਾ ਕਿ ਸਾਡੀਆਂ ਪਾਲਿਸੀਜ਼ ਤੇ ਗੁੰਮ ਹੀ ਨੇ। 80% ਜਦੋਂ ਕਲਾਇੰਟ ਨੂੰ ਅਸੀਂ ਮਿਲੀਦਾ ਪੁਰਾਣੀ ਪਾਲਿਸੀ 'ਚ ਪਾਲਿਸੀ ਤੇ ਹੈ ਨਹੀਂ, ਪਤਾ ਨਹੀਂ ਚੱਲ ਰਹੀ, ਪੇਮੈਂਟ ਨਿਕਲ ਰਹੀ ਹੈ, ਦੈਟਸ ਇਟ। ਸੋ ਅਗਰ ਤੁਹਾਨੂੰ ਹੀ ਨਹੀਂ ਪਤਾ ਕਿ ਪਾਲਿਸੀ ਨਹੀਂ ਹੈਗੀ ਤੇ ਪਿੱਛੋਂ ਫੈਮਿਲੀ ਕਿੱਥੋਂ ਲੱਭੂਗੀ? ਨਹੀਂ, ਤੁਹਾਨੂੰ ਇਸ ਤਰ੍ਹਾਂ ਦੇ ਵੀ ਮਿਲ ਜਾਣਗੇ ਸੱਜਣ ਜਿਨ੍ਹਾਂ ਦੇ ਬੈਂਕ ਅਕਾਊਂਟ 'ਚ ਐਕਟੀਵਿਟੀ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਪੈਸਾ ਆ ਰਿਹਾ ਜਾ ਰਿਹਾ, ਉਹਨਾਂ ਨੂੰ ਤਾਂ ਮੈਨੂੰ ਲੱਗਦਾ ਇਹ ਵੀ ਨਹੀਂ ਪਤਾ ਹੋਣਾ ਵੀ ਇਹ ਕੋਈ ਜਿਹੜੀ ਪੇਮੈਂਟ ਜਾ ਰਹੀ ਹੈ ਕਿਹੜੀ ਪਾਲਿਸੀ ਜਾ ਰਹੀ ਹੈ। ਬਿਲਕੁਲ ਪਤਾ ਹੀ ਨਹੀਂ ਲੱਗਣਾ। ਤੁਸੀਂ ਜੇ ਸਾਨੂੰ ਖੁਦ ਨੂੰ ਹੀ ਨਹੀਂ ਪਤਾ, ਤੁਸੀਂ ਇਹ ਦੇਖੋ ਜੇ ਮੈਂ ਅੱਜ ਜੀਂਦੇ ਜੀ ਆਪ ਮੈਨੇਜ ਨਹੀਂ ਕਰ ਪਾਈ ਤਾਂ ਮੇਰੀ ਫੈਮਿਲੀ ਕਿੱਦਾਂ ਮੈਨੇਜ ਕਰੇਗੀ? ਉਹ ਕਿਸ ਤਰ੍ਹਾਂ ਲੱਭੇਗੀ ਉਹਨਾਂ ਚੀਜ਼ਾਂ ਨੂੰ? ਸੋ ਇਹ ਬਹੁਤ ਹਾਰਡ ਹੋ ਜਾਂਦਾ ਹੈ। ਇਹ ਗੱਲਾਂ ਤੇ ਵੈਸੇ ਨਾਰਮਲ ਜਿਹੀਆਂ ਲੱਗਦੀਆਂ, ਸਾਨੂੰ ਲੱਗਦਾ ਕਿ ਲਾਈਫ ਬੜੀ ਸਮੂਥਲੀ ਚਲੀ ਜਾ ਰਹੀ ਹੈ, ਬਟ ਜਦੋਂ ਜਿਨ੍ਹਾਂ ਫੈਮਿਲੀਜ਼ ਦੇ ਉੱਤੇ ਪ੍ਰੋਬਲਮ ਆਉਂਦੀ ਹੈ ਵਿਗੜਨ ਦਾ ਪਤਾ ਥੋੜ੍ਹਾ ਲੱਗਦਾ। ਇਹ ਕਹਾਣੀ ਇਹੋ ਜਿਹੀ ਹੈ, ਇਹਨੇ ਕਿਹੜੇ ਕੋਈ ਦੱਸ ਕੇ ਆਉਣਾ। ਬਿਲਕੁਲ ਬਿਲਕੁਲ। ਸੋ ਬੜੀ ਵੈਸੇ ਜਿਹੜੀਆਂ ਤੁਹਾਡੀਆਂ ਵਧੀਆ ਇਹ ਰਾਵਾਂ ਨੇ ਜੀ ਕਿ ਜੇ ਜਿਨ੍ਹਾਂ ਵੱਲ ਧਿਆਨ ਦੇਣਾ ਚਾਹੀਦਾ। ਨਹੀਂ ਤਾਂ ਅਦਰਵਾਈਜ਼ ਇਹ ਡਿਸਾਈਡ ਕਰ ਲਓ ਜਾਂ ਤਾਂ ਫਿਰ ਇਹ ਸਾਰੀਆਂ ਚੀਜ਼ਾਂ ਕਲੀਅਰ ਕਰੋ, ਨਹੀਂ ਤੇ ਫਿਰ ਐਵੇਂ ਜੇ ਟਰਸਟ ਨਹੀਂ ਹੈ ਤੇ ਫਿਰ ਇੰਨਾ ਤੰਗ ਕਿਉਂ ਹੁੰਦੇ ਹੋ? ਜੀ ਬਿਲਕੁਲ। ਔਰ ਇੱਕ ਚੀਜ਼ ਮੈਂ ਜ਼ਰੂਰ ਕਹੂੰਗੀ ਆਪਣੇ ਲਿਸਨਰਸ ਨੂੰ ਕਿ ਅਗਰ ਤੁਹਾਡੇ ਕੋਲ ਕੋਈ ਪੇਪਰ ਵਰਕ ਨਹੀਂ ਹੁੰਦਾ, ਸਪੈਸ਼ਲੀ ਇਨਵੈਸਟਮੈਂਟ ਇੰਸ਼ੋਰੈਂਸ ਪਾਲਿਸੀਜ਼ ਨੂੰ ਲੈ ਕੇ, ਉਹ ਤੁਸੀਂ ਡੁਪਲੀਕੇਟ ਕਾਪੀਜ਼ ਮੰਗਵਾ ਸਕਦੇ ਹੁੰਦੇ ਹੋ, ਆਪਣੇ ਕੋਲ ਰੱਖੋ। ਹੁਣ ਬਹੁਤ ਵਾਰੀ ਮੈਂ ਇਹ ਚੀਜ਼ ਜਦੋਂ ਕਲਾਇੰਟ ਨਾਲ ਗੱਲ ਕਰਦੀ ਹਾਂ ਕਿ ਅੱਛਾ ਤੁਹਾਡੀ ਇੰਸ਼ੋਰੈਂਸ ਪਾਲਿਸੀ ਗੁੰਮ ਕਿੱਦਾਂ ਗਈ ਜੀ, ਮੂਵਿੰਗ ਕੀਤੀ ਸੀਗੀ ਤੇ ਉਹ ਗੁੰਮ ਗਏ, ਜਾਂ ਅਸੀਂ ਘਰ ਚੇਂਜ ਕੀਤਾ ਪੇਪਰ ਗਵਾਚ ਗਏ। ਫਿਰ ਮੈਂ ਇੱਕ ਚੀਜ਼ ਕਹਿੰਦੀ ਹੁੰਦੀ ਕਿ ਤੁਹਾਡੇ ਕਦੀ ਘਰ ਦੇ ਪੇਪਰ ਗੁੰਮੇ ਨੇ? ਕਦੀ ਹੋਇਆ ਕਿ ਤੁਹਾਡੀ ਮੌਰਗੇਜ ਦੇ ਪੇਪਰ ਹੋਣ ਜਾਂ ਘਰ ਦੇ ਪੇਪਰ ਹੋਣ ਗੁੰਮ ਗਏ? ਉਹ ਨਹੀਂ ਗੁੰਮਦੇ, ਕਿਉਂਕਿ ਸਾਡੀ ਜਿਹੜੀ ਸੋਚ ਹੈ ਨਾ, ਅਸੀਂ ਵੈਲਿਊ ਦੇ ਰਹੇ ਹਾਂ ਉਹ ਚੀਜ਼ ਨੂੰ ਜਿਹੜੀ ਚੀਜ਼ ਸਾਨੂੰ ਦਿਖ ਰਹੀ ਹੈ। ਸੋ ਉਹਨੂੰ ਅਸੀਂ ਵੈਲਿਊ ਦੇ ਰਹੇ ਹਾਂ, ਬਾਕੀ ਚੀਜ਼ਾਂ ਨੂੰ ਅਸੀਂ ਵੈਲਿਊ ਨਹੀਂ ਦੇ ਰਹੇ, ਚਲੋ ਕੋਈ ਨਾ ਚੱਲ ਰਿਹਾ। ਸੋ ਅਸੀਂ ਜਿੰਨੀ ਦੇਰ ਤੱਕ ਇਸ ਚੀਜ਼ ਨੂੰ ਤਰਜੀਹ ਨਹੀਂ ਦਿੰਦੇ, ਇਸ ਚੀਜ਼ ਨੂੰ ਇੰਪੋਰਟੈਂਸ ਨਹੀਂ ਦਿੰਦੇ, ਅਸੀਂ ਸੋਚਣਾ ਨਹੀਂ ਇਹਦੇ ਬਾਰੇ। ਸੋ ਇਹਦੇ ਬਾਰੇ ਬੈਠੋ। ਅਗਰ ਤੁਹਾਡੇ ਬੱਚੇ 18+ ਹੋ ਗਏ ਨੇ, ਉਹਨਾਂ ਨਾਲ ਡਿਸਕਸ਼ਨ ਕਰੋ। ਚਾਹੇ ਤੁਹਾਨੂੰ ਲੱਗ ਰਿਹਾ ਕਿ ਬੱਚੇ ਅਜੇ ਛੋਟੇ ਨੇ, ਨਹੀਂ ਜੀ ਇਹਦੇ ਬਾਰੇ ਤੇ ਗੱਲ ਹੀ ਨਹੀਂ ਕਰਨੀ। ਇਹਨਾਂ ਟੌਪਿਕਸ ਬਾਰੇ ਗੱਲ ਕਰਨ ਦੀ, ਆਰਗੇਨਾਈਜ਼ਡ ਹੋਣ ਦੀ ਸਾਨੂੰ ਵੀ ਔਰ ਬੱਚਿਆਂ ਨੂੰ ਗਾਈਡ ਕਰਨ ਦੀ ਬਹੁਤ ਜ਼ਰੂਰਤ ਹੈ। ਤੁਹਾਡੇ ਕੋਲ ਕੀ ਹੈ, ਕੀ ਨਹੀਂ ਹੈ, ਕੀ ਹੈ, ਇਹ ਸਾਰਾ ਕੁਝ ਪਰਿਵਾਰ ਦੇ ਮੈਂਬਰਾਂ ਨੂੰ ਜਾਂ ਜਿਨ੍ਹਾਂ ਨੂੰ ਵੀ ਤੁਸੀਂ ਸਮਝਦੇ ਹੋ ਕਿ ਇਹਨਾਂ ਕੋਲ ਜਾਣਾ ਅਲਟੀਮੇਟਲੀ, ਬਿਲਕੁਲ ਉਹਨਾਂ ਨਾਲ ਡਿਸਕਸ਼ਨ ਹੋਣੀ ਬਹੁਤ ਜ਼ਰੂਰੀ ਹੈ। ਕਿਉਂਕਿ ਜੇ ਤੁਸੀਂ ਇਸੇ ਡਰ ਨਾਲ ਡਿਸਕਸ਼ਨ ਨਹੀਂ ਕਰ ਰਹੇ ਕਿ ਨਹੀਂ ਕਿ ਪਤਾ ਨਹੀਂ ਨੈਗੇਟਿਵ ਇੰਪੈਕਟ ਨਾ ਹੋਏ ਇਸ ਚੀਜ਼ ਦਾ, ਤੇ ਉਹ ਤੇ ਬਾਅਦ ਵਿੱਚ ਵੀ ਹੋਣਾ ਹੈ। ਬਿਲਕੁਲ। ਅਗਰ ਤੁਸੀਂ ਹੁਣ ਡਰ ਰਹੇ ਹੋ ਕਿ ਹਾਂ ਮੈਂ ਇਸ ਚੀਜ਼ ਡਿਸਕਲੋਜ਼ ਨਹੀਂ ਕਰਨਾ ਜਾਂ ਮੇਰੇ ਬੈਂਕ ਅਕਾਊਂਟ ਨੇ ਮੈਂ ਡਿਸਕਲੋਜ਼ ਨਹੀਂ ਕਰਨਾ, ਤਾਂ ਬਾਅਦ ਵਿੱਚ ਵੀ ਤੇ ਹੋਣੇ ਹੀ ਨੇ। ਬਾਅਦ ਵਿੱਚ ਫੈਮਿਲੀ ਨੂੰ ਟਰਬਲ ਆਊਗੀ ਤਾਂ ਤੁਸੀਂ ਪਹਿਲਾਂ ਹੀ ਡਿਸਕਸ ਕਰ ਲਓ। ਜਾਂ ਚਲੋ ਜੇ ਤੁਸੀਂ ਨਹੀਂ ਅਮਾਊਂਟ, ਜਿਵੇਂ ਤੁਸੀਂ ਕਿਹਾ ਅਮਾਊਂਟ ਨਹੀਂ ਦੱਸਣੀ, ਨਾ ਦੱਸੋ, ਪਰ ਘੱਟੋ ਘੱਟ ਉਹਨਾਂ ਨੂੰ ਇਹ ਤਾਂ ਪਤਾ ਹੋਏ ਕਿ ਕੱਲ੍ਹ ਨੂੰ ਜਿਵੇਂ ਅਸੀਂ ਇਹ ਇਨਫੋਰਮੇਸ਼ਨ ਸਾਨੂੰ ਲੱਭਣ ਦੀ ਜਦੋਂ ਲੋੜ ਪੈਣੀ ਹੈ ਜੀ, ਉਹਨਾਂ ਕੋਲ ਕੋਈ ਨਾ ਕੋਈ ਤੇ ਰਸਤਾ ਹੋਏ ਨਾ। ਬਿਲਕੁਲ। ਵੀ ਕਿੱਥੋਂ ਲੱਭਿਆ ਜਾ ਸਕਦਾ, ਕੁਛ ਨਾ ਕੁਛ ਤਾਂ ਤੁਸੀਂ ਲਿਖ ਕੇ ਛੱਡਿਆ ਹੋਵੇ ਉੱਥੇ। ਬਿਲਕੁਲ, ਐਗਜ਼ੈਕਟਲੀ। ਕੁਛ ਨਾ ਕੁਛ ਤਾਂ ਛੱਡਣਾ ਹੀ ਪੈਣਾ ਹੈਗਾ। ਤੇ ਹੈ ਨਹੀਂ ਕਿ ਫਿਰ ਤਾਂ ਤੁਸੀਂ ਜੋ ਬਣਾ ਰਹੇ ਹੋ, ਅਗਰ ਤੁਸੀਂ ਕਿਸੇ ਨੂੰ ਦੱਸ ਕੇ ਨਹੀਂ ਜਾ ਰਹੇ, ਫਿਰ ਤਾਂ ਸਾਰਾ ਦਾ ਸਾਰਾ ਇੱਕ ਤਰ੍ਹਾਂ ਦੇ ਨਾਲ ਤੁਸੀਂ ਮਿੱਟੀ ਕਰ ਰਹੇ ਹੋ, ਕਿਉਂਕਿ ਪਿੱਛੇ ਮਿਲੇਗਾ ਹੀ ਨਹੀਂ ਕਿਸੇ ਨੂੰ। ਹੈਸਲ ਦੇ ਇੰਨੀ ਹੋਣੀ ਹੈਗੀ ਆ। ਔਰ ਵੈਸੇ ਵੀ ਅੱਜ ਦੇ ਟਾਈਮ ਦੇ ਵਿੱਚ ਇਹ ਚੀਜ਼ਾਂ ਇੰਨੀਆਂ ਜ਼ਿਆਦਾ ਇੰਪੋਰਟੈਂਟ ਨੇ, ਇੰਨੀਆਂ ਅਸੀਂ ਕੰਪਲੀਕੇਟ ਕੀਤਾ ਹੋਇਆ ਲਾਈਫ ਨੂੰ। ਬਹੁਤ ਵਾਰੀ ਮੈਂ ਦੇਖਦੀ ਹਾਂ ਕਿ ਸਾਡੇ ਅਕਾਊਂਟ ਵੀ ਜੁਆਇੰਟ ਨਹੀਂ ਹੈਗੇ। ਹੁਣ ਜੇ ਜੁਆਇੰਟ ਅਕਾਊਂਟ ਹੀ ਨਹੀਂ ਹੈਗੇ, ਚਲੋ ਐਟਲੀਸਟ ਜੁਆਇੰਟ ਅਕਾਊਂਟ ਹੋਏ, ਦੂਸਰਾ ਆਟੋਮੈਟਿਕਲੀ ਓਨਰ ਬਣ ਜਾਂਦਾ ਹੈ ਜਿਹੜਾ ਤੁਹਾਡਾ ਪਰਸਨ ਹੈ। ਹੁਣ ਅਸੀਂ ਹਰ ਚੀਜ਼ ਨੂੰ ਇਕੱਲੇ ਕਰ ਲਿਆ। ਸੋ ਇਕੱਲੇ ਹੋਣ ਦੇ ਨਾਲ ਅਸੀਂ ਇੱਕ ਤਰ੍ਹਾਂ ਨਾਲ ਦੂਰ ਵੀ ਹੋ ਗਏ ਹਾਂ। ਇੰਟਰਨਲੀ ਸਾਡੇ 'ਚ ਡੈਫੀਨੇਟਲੀ ਉਹ ਚੀਜ਼ਾਂ ਨਹੀਂ ਰਹੀਆਂ।
ਪਰ ਇਹ ਚੀਜ਼ਾਂ ਦੀ ਸਟਿਲ ਜ਼ਰੂਰਤ ਹੈ, ਚਾਹੇ ਤੁਹਾਡਾ ਕੋਈ ਟਰਸਟ ਹੈਗਾ ਨਹੀਂ ਹੈਗਾ, ਤੁਹਾਨੂੰ ਡਰ ਲੱਗ ਰਿਹਾ ਜਾਂ ਜੋ ਵੀ ਹੈ, ਇਹ ਚੀਜ਼ਾਂ ਨੂੰ ਤੇ ਤੁਹਾਨੂੰ ਫੈਮਿਲੀ ਨਾਲ ਡਿਸਕਸ ਕਰਨਾ ਹੀ ਪੈਣਾ, ਇਸ ਡਰ ਨੂੰ ਆਪਣੇ ਮਨ 'ਚੋਂ ਤੁਹਾਨੂੰ ਕੱਢਣਾ ਹੀ ਪੈਣਾ ਹੈਗਾ। ਬਿਲਕੁਲ, ਇਹ ਬੜੀ ਵੱਡੀ ਗੱਲ ਹੈ ਜਿਹੜੀ ਤੁਸੀਂ ਕਹੀ ਹੈ। ਅਤੇ ਤੁਸੀਂ ਇੱਕ ਫੋਲਡਰ ਮੇਰੇ ਨਾਲ ਵੀ ਸ਼ੇਅਰ ਕੀਤਾ ਸੀਗਾ ਜੀ, ਅਤੇ ਮੈਨੂੰ ਲੱਗਿਆ ਕਿ ਉਹ ਤੁਸੀਂ ਬਾਕੀਆਂ ਨਾਲ ਵੀ ਸ਼ੇਅਰ ਕਰ ਸਕਦੇ ਹੋ। ਬਿਲਕੁਲ, ਜੇ ਚਾਹੀਦਾ ਹੋਵੇ ਕਿਵੇਂ? ਬਿਲਕੁਲ, ਤੁਸੀਂ ਮੈਨੂੰ ਆਪਣਾ ਈਮੇਲ ID ਟੈਕਸਟ ਮੈਸੇਜ ਕਰ ਸਕਦੇ ਹੋ, ਔਰ ਮੈਂ ਤੁਹਾਨੂੰ ਜਿਹੜਾ ਉਹਦਾ PDF ਹੈ ਈਮੇਲ ਕਰ ਦੂੰਗੀ, ਔਰ ਉਹਦੇ 'ਤੇ ਤੁਸੀਂ ਐਵਰੀ ਸਿੰਗਲ ਡਿਟੇਲ ਆਪਣੀ ਜਿਹੜੀ ਉਹ ਐਡ ਔਨ ਕਰ ਸਕਦੇ ਹੋ। ਸੋ ਮੈਨੂੰ ਲੱਗਦਾ ਕਿ ਅਗਰ ਉਹ ਫੋਲਡਰ ਤੁਸੀਂ ਭਰ ਲੈਂਦੇ ਹੋ ਹਾਫ ਐਨ ਆਵਰ ਲਗਾ ਕੇ, ਅਤੇ ਬਹੁਤ ਸਾਰੀ ਕਾਫੀ ਹੱਦ ਤੱਕ ਤੁਹਾਡੀਆਂ ਜਿਹੜੀਆਂ ਆਰਗੇਨਾਈਜ਼ਡ ਵਾਲੀਆਂ ਗੱਲਾਂ ਅਸੀਂ ਕਰ ਰਹੇ ਹਾਂ, ਉਹ ਸਾਰੀਆਂ ਪੂਰੀਆਂ ਹੋ ਜਾਂਦੀਆਂ ਨੇ। ਬਟ ਇੱਕ ਵਾਰੀ ਜਦੋਂ ਮੈਨੂੰ ਸ਼ਮੀਲ ਜੀ, ਮੈਂ ਪਹਿਲਾਂ ਵੀ ਫੋਲਡਰ ਦੀ ਇੱਕ ਵਾਰੀ ਗੱਲ ਕੀਤੀ, ਕਹਿੰਦੇ ਇਹਨੂੰ ਭਰੂਗਾ ਕੌਣ ਜੀ, ਇਹਨੂੰ ਤੇ ਭਰਨ ਲਈ ਵੀ ਕੋਈ ਬੰਦਾ ਚਾਹੀਦਾ, ਇਹ ਤੇ ਟਾਈਮ ਲੱਗ ਜਾਣਾ, ਇਹਨੂੰ ਤਾਂ ਅੱਧਾ ਘੰਟਾ ਲੱਗ ਜਾਣਾ, ਵੀ ਉਹ ਟਾਈਮ ਤੇ ਆਪਾਂ ਨੂੰ ਕੱਢਣਾ ਪੈਣਾ। ਸੋ ਪਹਿਲਾਂ ਕੱਢ ਲਾਂਗੇ ਤੇ ਸਾਡੇ ਲਈ ਔਰ ਸਾਡੀ ਫੈਮਿਲੀ ਲਈ ਅੱਛਾ ਹੈ, ਅਦਰਵਾਈਜ਼ ਬਾਅਦ ਵਿੱਚ ਤੇ ਪਤਾ ਨਹੀਂ ਉਹਨਾਂ ਚੀਜ਼ਾਂ ਨੂੰ ਕਲੈਕਟ ਕਰਨ ਦੇ ਲਈ ਕਿੰਨੇ ਆਵਰਸ ਲੱਗਣੇ ਨੇ ਫੈਮਿਲੀ ਨੂੰ। ਗੁਰਿੰਦਰ ਹੋਰੀ ਕਹਿ ਰਹੇ ਆ ਅਕਾਊਂਟਸ ਕਦੇ ਜੁਆਇੰਟ ਨਹੀਂ ਹੋਣੇ ਚਾਹੀਦੇ, ਇਹ ਤਾਂ ਤੁਹਾਡਾ ਪਰਸਨਲ ਡਿਸੀਜਨ ਹੈ। ਇਹ ਤਾਂ ਸਿਰਫ ਗੱਲ ਇੰਨੀ ਕਿਹਾ ਕਿ ਤੁਹਾਨੂੰ ਕੋਈ ਨਾ ਕੋਈ ਇਹ ਗੱਲ ਕਲੀਅਰ ਰੱਖਣੀ ਚਾਹੀਦੀ ਹੈ ਕਿ ਫੈਮਿਲੀ 'ਚ ਤੁਹਾਡੀ ਇਹ ਇਨਫੋਰਮੇਸ਼ਨ ਹੈ ਜਿਹੜੀ ਇੰਪੋਰਟੈਂਟ ਇਨਫੋਰਮੇਸ਼ਨ ਹੈ, ਤੁਹਾਡੇ ਫਾਈਨਾਂਸਿਸ ਦੀ, ਤੁਹਾਡੇ ਅਕਾਊਂਟਸ ਦੀ, ਤੁਹਾਡੀਆਂ ਪੋਲਿਸੀਜ਼ ਦੀ, ਇਹ ਨਾ ਹੋਏ ਕਿ ਤੁਸੀਂ ਇਹ ਨਾਲ ਹੀ ਲੈ ਜਾਓ। ਬਿਲਕੁਲ, ਇਹਨਾਂ ਨੂੰ ਕੋਈ ਪਿੱਛੇ ਵਾਲਿਆਂ ਵਾਸਤੇ ਕੋਈ ਨਾ ਕੋਈ ਛੱਡ ਕੇ ਜ਼ਰੂਰ ਬਿਲਕੁਲ ਜਾਣਾ ਚਾਹੀਦਾ, ਅਤੇ ਉਹਦਾ ਇੰਤਜ਼ਾਮ ਇਹ ਵੀ ਨਹੀਂ ਸੋਚਣਾ ਚਾਹੀਦਾ ਵੀ ਮੈਂ 90 ਸਾਲ ਦਾ ਹੋ ਕੇ ਜਾਣਾ, ਇਹ ਕੀ ਪਤਾ ਜੀ, ਨੋਬਡੀ ਨੋਜ਼। ਇਹ ਤਾਂ ਪਤਾ ਹੀ ਨਹੀਂ ਨਾ ਕਿ ਤੁਸੀਂ ਅਗਲੇ ਸੈਕਿੰਡ, ਅਗਲੇ ਪਲ ਕੀ ਹੋਣਾ ਹੈ, ਕਿਸੇ ਨੂੰ ਵੀ ਨਹੀਂ ਪਤਾ ਹੈਗਾ। ਸੋ ਇਹ ਤਾਂ ਅਸੀਂ ਸਿਰਫ ਡਿਸਕਸ਼ਨ ਕਰ ਸਕਦੇ ਹਾਂ। ਤੁਹਾਨੂੰ ਕਿਵੇਂ ਮੰਗਾਏ ਜਾ ਸਕਦੇ ਉਹ ਫੋਲਡਰ? ਤੁਸੀਂ ਮੈਨੂੰ ਟੈਕਸਟ ਮੈਸੇਜ ਕਰ ਸਕਦੇ ਨੇ, ਅਗਰ ਕਿਸੇ ਵੀ ਲਿਸਨਰ ਨੂੰ ਫੋਲਡਰ ਚਾਹੀਦਾ ਹੈ, ਆਪਣਾ ਈਮੇਲ ID, ਤਾਂ ਡੈਫੀਨੇਟਲੀ ਮੈਂ ਉਹਨਾਂ ਨੂੰ ਈਮੇਲ ਕਰ ਦੂੰਗੀ ਉਹ। ਸੋ ਟੈਕਸਟ ਮੈਸੇਜ ਤੁਹਾਡੇ ਕਿਹੜੇ ਨੰਬਰ 'ਤੇ ਤੁਹਾਨੂੰ ਕਰਨ ਟੈਕਸਟ? 4169947272 416 994 72 72। ਬਹੁਤ ਸ਼ੁਕਰੀਆ ਜੀ, ਥੈਂਕ ਯੂ।